ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ ਆਲ ਟਾਈਮ ਲਰਨਰ ਉੱਪਰ MCQ ਟੈਸਟ ਸੀਰੀਜ਼ ਦਾ ਅੱਜ 11ਵਾਂ ਟੈਸਟ ਲੈ ਕੇ ਹਾਜ਼ਰ ਹਾਂ ਜੀ। ਇਸ ਤੋਂ ਪਹਿਲਾਂ ਅਸੀਂ ਵੱਖ-ਵੱਖ ਟੌਪਿਕ ਦੇ ਬਾਰੇ ਲੈਕਚਰ ਵੀਡੀਓ ਤੇ ਟੈਸਟ ਸਾਡੇ ਚੈਨਲ ਉੱਪਰ ਅਪਲੋਡ ਕਰ ਚੁੱਕੇ ਹਾਂ। ਉਮੀਦ ਹੈ ਕਿ ਤੁਸੀਂ ਦੇਖ ਲਏ ਹੋਣਗੇ। ਜੇ ਅਜੇ ਨਹੀਂ ਦੇਖੇ ਤਾਂ ਉਹਨਾਂ ਦਾ ਲਿੰਕ ਹੇਠਾਂ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ, ਉੱਥੋਂ ਤੁਸੀਂ ਕਲਿੱਕ ਕਰਕੇ ਉਹ ਲੈਕਚਰ ਸੁਣ ਸਕਦੇ ਹੋ ਜੀ। ਸ਼ੁਰੂ ਕਰਦੇ ਹਾਂ ਜੀ ਅੱਜ ਦਾ ਟੈਸਟ। ਅੱਜ ਦੇ ਟੈਸਟ ਨੂੰ ਆਖਰ ਤੱਕ ਜ਼ਰੂਰ ਦੇਖਣਾ ਤੇ ਆਖਰ ਤੇ ਜਿੰਨੇ ਮਾਰਕਸ ਬਣੇ ਉਹ ਵੀ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ। ਸਭ ਤੋਂ ਪਹਿਲਾਂ ਸਾਡੇ ਕੋਲ ਇਹ ਕੁਐਸਚਨ ਹੈ ਜੀ, ਮੈਨੂੰ ਟੈਗੋਰ ਬਣਾ ਦੇ ਮਾਂ ਕਿਸ ਕਹਾਣੀਕਾਰ ਦੀ ਰਚਨਾ ਹੈ। ਸਾਡੇ ਕੋਲ ਆਪਸ਼ਨ ਹੈ ਜੀ, A ਸੁਜਾਨ ਸਿੰਘ, B ਦਲੀਪ ਕੌਰ ਟਿਵਾਣਾ, C ਮੋਹਨ ਭੰਡਾਰੀ, D ਬਰਿਆਮ ਸੰਧੂ। ਮੈਨੂੰ ਟੈਗੋਰ ਬਣਾ ਦੇ ਮਾਂ ਜਿਹੜੀ ਕਹਾਣੀ ਹੈਗੀ ਇਹ ਮੋਹਨ ਭੰਡਾਰੀ ਜੀ ਦੀ ਬਹੁਤ ਪ੍ਰਸਿੱਧ ਕਹਾਣੀ ਹੈਗੀ। ਇਹਦਾ ਸਹੀ ਉੱਤਰ ਹੈ ਜੀ C ਆਪਸ਼ਨ ਮੋਹਨ ਭੰਡਾਰੀ। ਅੱਗੇ ਜੀ, ਮਾਸਿਕ ਰਸਾਲਾ ਪ੍ਰੀਤਲੜੀ ਦੀ ਪ੍ਰਕਾਸ਼ਨਾ ਕਦੋਂ ਸ਼ੁਰੂ ਹੋਈ ਸੀ। ਅਸੀਂ ਸਾਰੇ ਜਾਣਦੇ ਹਾਂ ਕਿ ਪ੍ਰੀਤਲੜੀ ਆ ਜਿਹੜਾ ਰਸਾਲਾ ਉਹ ਗੁਰਬਖਸ਼ ਸਿੰਘ ਪ੍ਰੀਤਲੜੀ ਜੀ ਨੇ ਸ਼ੁਰੂ ਕੀਤਾ ਸੀ, ਇਸ ਲਈ ਉਹਨਾਂ ਦੇ ਨਾਂ ਦੇ ਨਾਲ ਵੀ ਤਖੱਲਸ ਦੇ ਤੌਰ ਤੇ ਵਰਤਿਆ ਜਾਣ ਲੱਗ ਗਿਆ ਗੁਰਬਖਸ਼ ਸਿੰਘ ਪ੍ਰੀਤਲੜੀ। ਤੇ ਇਸਦੇ ਪ੍ਰਕਾਸ਼ਨਾ ਕਦੋਂ ਸ਼ੁਰੂ ਹੋਈ ਸੀ। ਸਾਡੇ ਕੋਲ ਆਪਸ਼ਨ ਹੈ ਜੀ 1935, 1930, 1940, 1933। ਇਹਦਾ ਸਹੀ ਉੱਤਰ ਹੈ ਜੀ D ਆਪਸ਼ਨ 1933 ਦੇ ਵਿੱਚ ਪ੍ਰੀਤਲੜੀ ਦੀ ਪ੍ਰਕਾਸ਼ਨਾ ਸ਼ੁਰੂ ਹੋਈ ਸੀ। ਅੱਗੇ ਜੀ ਤੀਸਰਾ ਕੁਐਸਚਨ ਸਾਡੇ ਕੋਲੇ, ਦੀਪੋ, ਲਾਜੋ, ਸਰਜੀਤ ਤੇ ਸੁੰਦਰ ਇਹ ਬਲਵੰਤ ਗਾਰਗੀ ਦੀ ਕਿਸ ਇਕਾਂਗੀ ਦੇ ਪਾਤਰ ਹਨ। ਸਾਡੇ ਕੋਲ ਆਪਸ਼ਨ ਹੈ ਜੀ, ਪੱਤਣ ਦੀ ਬੇੜੀ, ਬੇਬੇ ਰਾਮ ਭਜਨੀ, ਮਾਂ ਦਾ ਡਿਪਟੀ, ਮੁਰਦੇ ਦਾ ਰਾਸ਼ਨ। ਇਹਦਾ ਸਹੀ ਉੱਤਰ ਹੈ ਜੀ ਇਹ ਆਪਸ਼ਨ ਪੱਤਣ ਦੀ ਬੇੜੀ ਹੈ ਜਿਹੜਾ ਇਹ ਬਲਵੰਤ ਗਾਰਗੀ ਦੀ ਇਕਾਂਗੀ ਆ ਤੇ ਇਸ ਇਕਾਂਗੀ ਦੇ ਇਹ ਪਾਤਰ ਨੇ ਦੀਪੋ, ਲਾਜੋ, ਸਰਜੀਤ ਤੇ ਸੁੰਦਰ। ਅੱਗੇ ਜੀ 1986 ਦੇ ਵਿੱਚ ਸੁਜਾਨ ਸਿੰਘ ਦੇ ਕਿਹੜੇ ਕਹਾਣੀ ਸੰਗ੍ਰਹਿ ਲਈ ਭਾਰਤੀ ਸਾਹਿਤ ਅਕਾਦਮੀ ਦਾ ਸਨਮਾਨ ਪ੍ਰਾਪਤ ਹੋਇਆ ਸੀ। ਸੁਜਾਨ ਸਿੰਘ ਨੂੰ 1986 ਦੇ ਵਿੱਚ ਸਾਹਿਤ ਅਕਾਦਮੀ ਦਾ ਸਨਮਾਨ ਪ੍ਰਾਪਤ ਹੁੰਦਾ ਕਿਹੜੇ ਕਹਾਣੀ ਸੰਗ੍ਰਹਿ ਦੇ ਲਈ। ਸਾਡੇ ਕੋਲ ਆਪਸ਼ਨ ਹੈ ਜੀ, ਸ਼ਹਿਰ ਤੇ ਗ੍ਰਾਂ, ਸਵ ਰੰਗ, ਨਵਾਂ ਰੰਗ, ਪਤਨ ਤੇ ਸਰਾਂ। ਇਹਦਾ ਸਹੀ ਉੱਤਰ ਹੈ ਜੀ 1986 ਦੇ ਵਿੱਚ ਸੁਜਾਨ ਸਿੰਘ ਜੀ ਨੂੰ ਸ਼ਹਿਰ ਤੇ ਗ੍ਰਾਂ ਦੇ ਲਈ ਸਾਹਿਤ ਅਕਾਦਮੀ ਦਾ ਸਨਮਾਨ ਜਿਹੜਾ ਪ੍ਰਾਪਤ ਹੁੰਦਾ ਭਾਰਤੀ ਸਾਹਿਤ ਅਕਾਦਮੀ ਦਾ। ਇਹ ਆਪਸ਼ਨ ਸ਼ਹਿਰ ਤੇ ਗ੍ਰਾਂ। ਅੱਗੇ ਜੀ, ਨਾਗ ਪ੍ਰੀਤ ਦਾ ਜਾਦੂ ਕਹਾਣੀ ਸੰਗ੍ਰਹਿ ਕਿਸ ਦੀ ਕਿਰਤ ਹੈ। ਨਾਗ ਪ੍ਰੀਤ ਦਾ ਜਾਦੂ। ਸਾਡੇ ਕੋਲ ਆਪਸ਼ਨ ਹੈ ਜੀ, ਪ੍ਰੀਤਮ ਸਿੰਘ ਸਫੀਰ, ਜਗਤਾਰ, ਗੁਰਬਖਸ਼ ਸਿੰਘ ਪ੍ਰੀਤਲੜੀ, ਪਾਸ਼। ਇਹਦਾ ਸਹੀ ਉੱਤਰ ਹੈ ਜੀ C ਆਪਸ਼ਨ ਗੁਰਬਖਸ਼ ਸਿੰਘ ਪ੍ਰੀਤਲੜੀ। ਨਾਗਪ੍ਰੀਤ ਦਾ ਜਾਦੂ ਕਹਾਣੀ ਸੰਗ੍ਰਹਿ ਹੈ ਜਿਹੜਾ ਗੁਰਬਖਸ਼ ਸਿੰਘ ਪ੍ਰੀਤਲੜੀ ਜੀ ਦੀ ਕਿਰਤ ਹੈ। ਅੱਗੇ ਜੀ ਸਾਡੇ ਕੋਲ 17 ਨੇ ਦੱਸਣੀਆਂ ਨੇ ਕਿਸ ਵਾਰ ਦੇ ਵਿੱਚੋਂ ਲਈਆਂ ਗਈਆਂ ਨੇ, ਕਿਸ ਦੇ ਵਿੱਚੋਂ ਲਈਆਂ ਗਈਆਂ ਨੇ। ਸਾਡੇ ਕੋਲ ਆਪਸ਼ਨ ਨੇ ਜੀ, ਸਾਡੇ ਕੋਲ 17 ਨੇ, ਜੇਠ ਕਰ ਲਿਸ਼ਕਾਰਾ ਭੜਕਣ ਭੱਠ ਜਿਉਂ, ਜਿਉਂ ਟਹਿਣ ਮਣਾ ਦਰਿਆ ਦੀਆਂ ਸਾਵਨ ਹੜ੍ਹ ਆਏ। ਇਹ 17 ਕਿੱਥੋਂ ਲਈਆਂ ਗਈਆਂ ਨੇ ਦੱਸਣਾ ਜੀ ਅਸੀਂ। ਸਾਡੇ ਕੋਲ ਆਪਸ਼ਨ ਨੇ, ਚੰਡੀ ਦੀ ਵਾਰ ਦੇ ਵਿੱਚੋਂ, ਨਾਦਰ ਸ਼ਾਹ ਦੀ ਵਾਰ ਦੇ ਵਿੱਚੋਂ, ਲੱਲੇ ਬਹਲੀਮੇ ਦੀ ਵਾਰ ਦੇ ਵਿੱਚੋਂ, ਕਿ ਜੰਗਨਾਮਾ ਸਿੰਘਾਂ ਤੇ ਫਰੰਗੀਆਂ ਦੇ ਵਿੱਚੋਂ। ਇਹਦਾ ਸਹੀ ਉੱਤਰ ਹੈ ਜੀ ਜਿਹੜੀਆਂ 17 ਨੇ ਇਹ ਨਜਾਬਤ ਦੀ ਲਿਖੀ ਹੋਈ ਵਾਰ, ਨਾਦਰ ਸ਼ਾਹ ਦੀ ਵਾਰ B ਆਪਸ਼ਨ ਦੇ ਵਿੱਚੋਂ ਲਈਆਂ ਗਈਆਂ ਨੇ। B ਆਪਸ਼ਨ ਨਾਦਰ ਸ਼ਾਹ ਦੀ ਵਾਰ। ਅੱਗੇ ਜੀ, ਪੰਜਾਬ ਦੇ ਪਛੜੇ ਤੇ ਅਣਗੌਲੇ ਵਰਗਾਂ ਦੇ ਲੋਕਾਂ ਨੂੰ ਕਿਸ ਕਹਾਣੀਕਾਰ ਨੇ ਵੱਧ ਆਪਣੀਆਂ ਕਹਾਣੀਆਂ ਦੇ ਵਿੱਚ ਪੇਸ਼ ਕੀਤਾ ਗਾ। ਪਛੜੇ ਤੇ ਅਣਗੌਲੇ ਵਰਗਾਂ ਦੇ ਲੋਕਾਂ ਨੂੰ ਹੇਠ ਲਿਖਿਆਂ ਦੇ ਵਿੱਚੋਂ ਦੱਸਣਾ ਜੀ। ਹੇਠ ਲਿਖਿਆਂ ਦੇ ਵਿੱਚੋਂ ਕਿਹੜਾ ਕਹਾਣੀਕਾਰ ਆ। ਇਹ ਓਵਰਆਲ ਨਹੀਂ ਪੁੱਛਿਆ ਗਿਆ, ਹੇਠ ਲਿਖੇ ਆਪਸ਼ਨਾਂ ਦੇ ਵਿੱਚੋਂ ਪੁੱਛਿਆ ਗਿਆ ਹੈਗਾ। ਸਾਡੇ ਕੋਲ ਆਪਸ਼ਨ ਹੈ ਜੀ, ਅਜੀਤ ਕੌਰ, ਸਰਜੀਤ ਸਿੰਘ ਸੇਠੀ, ਸੁਖਵੀਰ, ਮੋਹਨ ਭੰਡਾਰੀ। ਇਹਦਾ ਸਹੀ ਉੱਤਰ ਹੈ ਜੀ ਮੋਹਨ ਭੰਡਾਰੀ ਨੇ ਜਿਹੜੇ ਆਪਣੀਆਂ ਕਹਾਣੀਆਂ ਦੇ ਵਿੱਚ ਪਛੜੇ ਤੇ ਅਣਗੌਲੇ ਵਰਗਾਂ ਦੀ ਗੱਲ ਕੀਤੀ ਹੈਗੀ। D ਆਪਸ਼ਨ ਮੋਹਨ ਭੰਡਾਰੀ।
मैं हुण ठीक ठाक हाँ कहानी ਬਰਿਆਮ ਸੰਧੂ ਦੇ ਕਿਹੜੇ ਕਹਾਣੀ ਸੰਗ੍ਰਹਿ ਦੇ ਵਿੱਚੋਂ ਲਈ ਗਈ ਹੈ? ਮੈਂ ਹੁਣ ਠੀਕ ਠਾਕ ਹਾਂ। ਬਰਿਆਮ ਸੰਧੂ ਦੀ ਲਿਖੀ ਹੋਈ ਕਹਾਣੀ ਹੈ ਜੀ। ਕਹਾਣੀ ਸੰਗ੍ਰਹਿ ਦੱਸਣਾ ਕਿਹੜੇ ਕਹਾਣੀ ਸੰਗ੍ਰਹਿ ਦੇ ਵਿੱਚੋਂ। ਸਾਡੇ ਕੋਲ ਆਪਸ਼ਨ ਹੈ ਜੀ ਅੰਗ ਸੰਗ, ਚੌਥੀ ਕੂਟ, ਤਿਲਫੁਲ, ਭੱਜੀਆਂ ਬਾਹਾਂ। ਇਹਦਾ ਸਹੀ ਉੱਤਰ ਹੈ ਜੀ ਉਹਨਾਂ ਦੀ ਬਹੁਤ ਪ੍ਰਸਿੱਧ ਕਹਾਣੀ ਸੰਗ੍ਰਹਿ ਚੌਥੀ ਕੂਟ ਦੇ ਵਿੱਚੋਂ ਲਈ ਗਈ ਹੈ ਮੈਂ ਹੁਣ ਠੀਕ ਠਾਕ ਹਾਂ। ਬੀ ਆਪਸ਼ਨ ਚੌਥੀ ਕੂਟ। ਅੰਗ ਸੰਗ, ਤਿਲਫੁਲ ਤੇ ਭੱਜੀਆਂ ਬਾਹਾਂ ਵੀ ਬਰਿਆਮ ਸੰਧੂ ਦੀ ਕਹਾਣੀ ਸੰਗ੍ਰਹਿ ਨੇ। ਅੱਗੇ ਜੀ ਝਲਕਾਰੇ, ਲਿਸ਼ਕਾਰੇ ਤੇ ਚਮਕਾਰੇ। ਝਲਕਾਰੇ, ਲਿਸ਼ਕਾਰੇ ਤੇ ਚਮਕਾਰੇ ਜਿਹੜੇ ਤਿੰਨ ਇਕਾਂਗੀ ਸੰਗ੍ਰਹਿ ਨੇ ਕਿਸ ਦੇ ਲਿਖੇ ਹੋਏ ਨੇ? ਸਾਡੇ ਕੋਲ ਆਪਸ਼ਨ ਹੈ ਜੀ ਬਲਵੰਤ ਗਾਰਗੀ, ਸੰਤ ਸਿੰਘ ਸੇਖੋਂ, ਗੁਰਦਿਆਲ ਸਿੰਘ, ਆਈ.ਸੀ. ਨੰਦਾ। ਇਹਦਾ ਸਹੀ ਉੱਤਰ ਹੈ ਜੀ ਡੀ ਆਪਸ਼ਨ ਆਈ.ਸੀ. ਨੰਦਾ ਜੀ ਦੇ ਲਿਖੇ ਹੋਏ ਨੇ। ਬਹੁਤ ਇੰਪੋਰਟੈਂਟ ਹੈ ਜੀ ਝਲਕਾਰੇ, ਲਿਸ਼ਕਾਰੇ ਤੇ ਚਮਕਾਰੇ। ਇਹਨਾਂ ਨੂੰ ਇਕੱਲੇ ਇੱਕ ਬਾਰੇ ਵੀ ਪੁੱਛਿਆ ਜਾ ਸਕਦਾ ਵੀ ਇਕੱਲੇ ਲਿਸ਼ਕਾਰੇ ਬਾਰੇ ਜਾਂ ਚਮਕਾਰੇ ਬਾਰੇ। ਇਹ ਆਈ.ਸੀ. ਨੰਦਾ ਜੀ ਦੇ ਲਿਖੇ ਹੋਏ ਨੇ। ਪੰਜਾਬੀ ਦੇ ਪਹਿਲੇ ਨਾਟਕਕਾਰ ਨੇ ਜਿਹੜੇ ਆਈ.ਸੀ. ਨੰਦਾ ਜੀ। ਮੋਹਨ ਭੰਡਾਰੀ ਨੂੰ ਕਿਹੜੇ ਕਹਾਣੀ ਸੰਗ੍ਰਹਿ ਲਈ ਭਾਰਤੀ ਸਾਹਿਤ ਅਕਾਦਮੀ ਪ੍ਰਾਪਤ ਹੋਇਆ? ਸਾਡੇ ਕੋਲ ਆਪਸ਼ਨ ਹੈ ਜੀ ਮੂਨ ਦੀ ਅੱਖ, ਪਛਾਣ, ਡੂਢ ਆਦਮੀ, ਕਾਠ ਦੀ ਲੱਤ। ਇਹਦਾ ਸਹੀ ਉੱਤਰ ਹੈ ਜੀ ਮੋਹਨ ਭੰਡਾਰੀ ਜੀ ਨੂੰ ਇਹ ਆਪਸ਼ਨ ਮੂਨ ਦੀ ਅੱਖ ਦੇ ਲਈ ਸਾਹਿਤ ਅਕਾਦਮੀ ਦਾ ਸਨਮਾਨ ਪ੍ਰਾਪਤ ਹੋਇਆ ਸੀ। ਅੱਗੇ ਜੀ 11ਵਾਂ ਸਾਡੇ ਕੋਲੇ ਪ੍ਰਸ਼ਨ ਰਘੁਵੀਰ ਢੱਡ ਦੀ ਲਿਖੀ ਹੋਈ ਲੋਕਾਂ ਦੀ ਫੌਜ ਜਿਹੜੀ ਕਹਾਣੀ ਹੈਗੀ ਉਹਦੇ ਕਿਹੜੇ ਕਹਾਣੀ ਸੰਗ੍ਰਹਿ ਵਿੱਚੋਂ ਸ਼ਾਮਲ ਹੈ? ਲੋਕਾਂ ਦੀ ਫੌਜ ਜਿਹੜੀ ਕਹਾਣੀ ਹੈ ਰਘੁਵੀਰ ਢੱਡ ਦੀ ਲਿਖੀ ਹੋਈ ਹੈ ਤੇ ਕਿਹੜੇ ਕਹਾਣੀ ਸੰਗ੍ਰਹਿ ਸ਼ਾਮਲ? ਸਾਡੇ ਕੋਲ ਆਪਸ਼ਨ ਹੈ ਜੀ ਬੋਲੀ ਧਰਤੀ, ਸ਼ਾਨੇ ਪੰਜਾਬ, ਉਸ ਪਾਰ, ਕਾਇਆ ਕਲਪ। ਇਹਦਾ ਸਹੀ ਉੱਤਰ ਹੈ ਜੀ ਇਹ ਆਪਸ਼ਨ ਬੋਲੀ ਧਰਤੀ ਦੇ ਵਿੱਚੋਂ ਲਈ ਗਈ ਹੈ ਲੋਕਾਂ ਦੀ ਫੌਜ। ਅੱਗੇ ਜੀ 12ਵਾਂ ਸਾਡੇ ਕੋਲੇ ਕੁਐਸਚਨ ਸਵੇਰਸਾਰ ਕਹਾਣੀ ਸੰਗ੍ਰਹਿ ਕਿਸ ਦਾ ਲਿਖਿਆ ਹੋਇਆ? ਸਵੇਰਸਾਰ ਕਹਾਣੀ ਸੰਗ੍ਰਹਿ ਬਹੁਤ ਪ੍ਰਸਿੱਧ ਕਹਾਣੀ ਸੰਗ੍ਰਹਿ ਆ। ਸਾਡੇ ਕੋਲ ਆਪਸ਼ਨ ਹੈ ਜੀ ਸੁਜਾਨ ਸਿੰਘ, ਕਰਤਾਰ ਸਿੰਘ ਦੁੱਗਲ, ਮੋਹਨ ਸਿੰਘ ਦੀਵਾਨਾ, ਦਲੀਪ ਕੌਰ ਟਿਵਾਣਾ। ਇਹਦਾ ਸਹੀ ਉੱਤਰ ਹੈ ਜੀ ਜਿਹੜਾ ਸਵੇਰਸਾਰ ਕਹਾਣੀ ਸੰਗ੍ਰਹਿ ਹੈਗਾ ਇਹ ਕਰਤਾਰ ਸਿੰਘ ਦੁੱਗਲ ਜੀ ਦਾ ਲਿਖਿਆ ਹੋਇਆਗਾ। ਬੀ ਆਪਸ਼ਨ ਕਰਤਾਰ ਸਿੰਘ ਦੁੱਗਲ ਇਹਦਾ ਸਹੀ ਉੱਤਰ ਹੈ ਜੀ। ਅੱਗੇ ਜੀ ਮੋਹਨ ਭੰਡਾਰੀ ਦੀ ਸਮੁੱਚੀ ਰਚਨਾ ਨੂੰ ਕਿਸ ਸਿਰਲੇਖ ਹੇਠ ਸੰਪੂਰਨ ਕਿਤਾਬ ਦਾ ਰੂਪ ਦਿੱਤਾ ਗਿਆ? ਮੋਹਨ ਭੰਡਾਰੀ ਜੀ ਦੀ ਸਮੁੱਚੀ ਰਚਨਾ ਨੂੰ ਇੱਕ ਕਿਤਾਬ ਦੇ ਵਿੱਚ ਸ਼ਾਮਲ ਕੀਤਾ ਗਿਆ। ਸਮੁੱਚੀ ਰਚਨਾ ਨੂੰ ਸੰਪੂਰਨ ਕਿਤਾਬ ਦੇ ਵਿੱਚ ਉਹਦਾ ਕੀ ਸਿਰਲੇਖ ਹੈ, ਉਹਦਾ ਨਾਮ ਕੀ ਹੈਗਾ? ਸਾਡੇ ਕੋਲ ਆਪਸ਼ਨ ਹੈ ਜੀ ਪਛਾਣ, ਕਾਠ ਦੀ ਲੱਤ, ਤਿਰਚੋਲੀ, ਕਥਾ ਵਾਰਤਾ। ਪਛਾਣ, ਕਾਠ ਦੀ ਲੱਤ, ਤਿਰਚੋਲੀ ਇਹ ਸਾਰੀਆਂ ਜਿਹੜੀਆਂ ਰਚਨਾਵਾਂ ਨੇ ਮੋਹਨ ਭੰਡਾਰੀ ਜੀ ਦੇ ਕਹਾਣੀ ਸੰਗ੍ਰਹਿ ਨੇ। ਪਰ ਜਿਹੜਾ ਕਥਾ ਵਾਰਤਾ ਕਹਾਣੀ ਸੰਗ੍ਰਹਿ ਆ ਇਹਦੇ ਵਿੱਚ ਮੋਹਨ ਭੰਡਾਰੀ ਸਮੁੱਚੀ ਰਚਨਾ ਨੂੰ ਸ਼ਾਮਲ ਕੀਤਾ ਗਿਆ। ਇਹਦਾ ਸਹੀ ਉੱਤਰ ਹੈ ਜੀ ਕਥਾ ਵਾਰਤਾ। ਡੀ ਆਪਸ਼ਨ ਕਥਾ ਵਾਰਤਾ। ਅੱਗੇ ਜੀ ਕਰਤਾਰ ਸਿੰਘ ਦੁੱਗਲ ਨੂੰ ਕਿਸ ਕਹਾਣੀ ਸੰਗ੍ਰਹਿ ਲਈ 1965 ਦੇ ਵਿੱਚ ਭਾਰਤੀ ਸਾਹਿਤ ਅਕਾਦਮੀ ਸਨਮਾਨ ਪ੍ਰਾਪਤ ਹੋਇਆ? ਸਾਡੇ ਕੋਲ ਆਪਸ਼ਨ ਨੇ ਜੀ ਕਰਾਮਾਤ, ਸਵੇਰਸਾਰ, ਇੱਕ ਛਿੱਟ ਚਾਨਣ ਦੀ ਤੇ ਡੰਗਰ। ਇਹਦਾ ਸਹੀ ਉੱਤਰ ਹੈ ਜੀ ਕਰਤਾਰ ਸਿੰਘ ਦੁੱਗਲ ਜੀ ਨੂੰ ਇੱਕ ਛਿੱਟ ਚਾਨਣ ਦੀ ਲਈ ਸਾਹਿਤ ਅਕਾਦਮੀ ਦਾ ਸਨਮਾਨ ਪ੍ਰਾਪਤ ਹੋਇਆ ਸੀ। ਅੱਗੇ ਵਧਣ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਜਾਂ ਜੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਿਉਂਕਿ ਤੁਹਾਡੇ ਸਾਥ ਦੀ ਬਹੁਤ ਜ਼ਰੂਰਤ ਹੈ। ਜੇ ਤੁਹਾਡਾ ਸਾਥ ਹੋਵੇਗਾ ਤਾਂ ਅਸੀਂ ਹੋਰ ਜ਼ਿਆਦਾ ਮਿਹਨਤ ਤੇ ਹੋਰ ਵਧੀਆ ਤਰੀਕੇ ਦੇ ਨਾਲ ਤਿਆਰੀ ਕਰਾ ਸਕਾਂਗੇ। ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤਾਂ ਕਿ ਹੋਰ ਦੋਸਤਾਂ ਦੀ ਵੀ ਸਹਾਇਤਾ ਹੋ ਸਕੇ। ਅੱਗੇ ਜੀ 15ਵਾਂ ਕੁਐਸਚਨ ਸਾਡੇ ਕੋਲੇ ਇਹ ਲਿਖਿਆਂ ਵਿੱਚੋਂ ਕਿਸ ਕਹਾਣੀਕਾਰ ਦੀਆਂ ਕਹਾਣੀਆਂ ਵਿੱਚ ਵੱਧ ਔਰਤਾਂ ਦੀਆਂ ਸੰਵੇਦਨਾਵਾਂ ਨੂੰ ਅਭਿਵਿਅਕਤੀ ਮਿਲੀ ਹੈ? ਸਾਡੇ ਕੋਲੇ ਆਪਸ਼ਨ ਨੇ ਜੀ ਗੁਰਦਿਆਲ ਸਿੰਘ, ਮੋਹਨ ਭੰਡਾਰੀ, ਦਲੀਪ ਕੌਰ ਟਿਵਾਣਾ, ਪ੍ਰੇਮ ਪ੍ਰਕਾਸ਼। ਔਰਤਾਂ ਦੀਆਂ ਸੰਵੇਦਨਾ ਨੂੰ ਔਰਤ ਕਹਾਣੀਕਾਰ ਦਲੀਪ ਕੌਰ ਟਿਵਾਣਾ ਦੀਆਂ ਜਿਹੜੀਆਂ ਕਹਾਣੀਆਂ ਦੇ ਵਿੱਚ
ਔਰਤ ਦੀ ਸੰਵੇਦਨਾਵਾਂ ਨੂੰ ਅਭਿਵਿਅਕਤੀ ਮਿਲੀ ਹੈ। ਇਸਦਾ ਸਹੀ ਉੱਤਰ ਹੈ ਜੀ ਸੀ ਆਪਸ਼ਨ, ਦਲੀਪ ਕੌਰ ਟਿਵਾਣਾ ਜੀ। ਹੇਠ ਲਿਖਿਆਂ ਦੇ ਵਿੱਚੋਂ ਦੱਸਣਾ ਸੀ ਜੀ ਆਪਾਂ ਚਾਰੇ ਆਪਸ਼ਨਾਂ ਚੋਂ। ਇਹਦਾ ਸਹੀ ਉੱਤਰ ਹੈ ਦਲੀਪ ਕੌਰ ਟਿਵਾਣਾ। ਅੱਗੇ ਜੀ, ਪੰਜਾਬੀ ਕਹਾਣੀ ਨੂੰ ਅੰਤਰਰਾਸ਼ਟਰੀ ਸਰੋਕਾਰਾਂ ਨਾਲ ਜੋੜਨ ਵਾਲਾ ਕਹਾਣੀਕਾਰ ਹੈ। ਸਾਡੇ ਕੋਲ ਆਪਸ਼ਨ ਹੈ ਜੀ ਰਾਮ ਸਰੂਪ ਅਣਖੀ, ਗੁਰਦਿਆਲ ਸਿੰਘ, ਮੋਹਨ ਭੰਡਾਰੀ, ਨਵਤੇਜ ਸਿੰਘ। ਇਹਨਾਂ ਦੇ ਵਿੱਚੋਂ ਜਿਹੜਾ ਡੀ ਆਪਸ਼ਨ ਨਵਤੇਜ ਸਿੰਘ ਜੀ ਨੇ, ਉਹ ਪੰਜਾਬੀ ਕਹਾਣੀ ਨੂੰ ਅੰਤਰਰਾਸ਼ਟਰੀ ਸਰੋਕਾਰਾਂ ਦੇ ਨਾਲ ਜੋੜਦੇ ਨੇ। ਇਹਦਾ ਸਹੀ ਉੱਤਰ ਹੈ ਜੀ ਨਵਤੇਜ ਸਿੰਘ। ਅੱਗੇ ਜੀ, ਦੇਸ਼ ਵਾਪਸੀ ਕਹਾਣੀ ਸੰਗ੍ਰਹਿ ਕਿਰਤ ਹੈ। ਆਪਸ਼ਨ ਨਵਤੇਜ ਸਿੰਘ ਜੀ, ਗੁਰਦਿਆਲ ਸਿੰਘ ਜੀ, ਮੋਹਨ ਭੰਡਾਰੀ, ਅਜੀਤ ਕੌਰ। ਦੇਸ਼ ਵਾਪਸੀ ਜਿਹੜਾ ਕਹਾਣੀ ਸੰਗ੍ਰਹਿ ਹੈ, ਇਹ ਵੀ ਨਵਤੇਜ ਸਿੰਘ ਜੀ ਦਾ ਲਿਖਿਆ ਹੋਇਆ। ਇਹ ਆਪਸ਼ਨ ਨਵਤੇਜ ਸਿੰਘ ਜੀ ਦਾ ਸਹੀ ਉੱਤਰ ਹੈ ਦੇਸ਼ ਵਾਪਸੀ। ਉਹ ਅੰਤਰਰਾਸ਼ਟਰੀ ਸਰੋਕਾਰਾਂ ਦੇ ਨਾਲ ਜੁੜੇ ਹੋਏ ਨੇ ਤੇ ਦੇਸ਼ ਵਾਪਸੀ ਵੀ ਉਹਨਾਂ ਦਾ ਕਹਾਣੀ ਸੰਗ੍ਰਹਿ ਹੈ। ਅੱਗੇ ਸਾਡੇ ਕੋਲ 18ਵਾਂ ਕੁਐਸਚਨ ਹੈ ਜੀ, ਬਾਬਾ ਬੋਹੜ ਇਕਾਂਗੀ ਦਾ ਕਰਤਾ ਹੈ। ਸਾਡੇ ਕੋਲ ਆਪਸ਼ਨ ਹੈ ਜੀ ਬਲਵੰਤ ਗਾਰਗੀ, ਸੰਤ ਸਿੰਘ ਸੇਖੋ, ਡਾਕਟਰ ਹਰਚਰਨ ਸਿੰਘ, ਕਪੂਰ ਸਿੰਘ ਘੁੰਮਣ। ਅਸੀਂ ਜਾਣਦੇ ਹਾਂ ਕਿ ਬਾਬਾ ਬੋਹੜ ਆ ਜਿਹੜਾ ਸੰਤ ਸਿੰਘ ਸੇਖੋ ਜੀ ਨੂੰ ਕਿਹਾ ਜਾਂਦਾ, ਤਾਂ ਉਹਨਾਂ ਦੀ ਇਕਾਂਗੀ ਜਿਹੜਾ ਸੀ ਬਾਬਾ ਬੋਹੜ ਦੇ ਕਰਕੇ ਕਿਹਾ ਜਾਂਦਾ। ਤੇ ਇਹਦਾ ਸਹੀ ਉੱਤਰ ਹੈ ਜੀ ਬੀ ਆਪਸ਼ਨ, ਸੰਤ ਸਿੰਘ ਸੇਖੋ। ਉਹਨਾਂ ਦਾ ਲਿਖਿਆ ਹੋਇਆ ਇਕਾਂਗੀ ਸੰਗ੍ਰਹਿ ਆ ਇਕਾਂਗੀ ਹੈ ਬਾਬਾ ਬੋਹੜ। ਤੇ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਣਾ ਕਿ ਸੰਤ ਸਿੰਘ ਸੇਖੋ ਜੀ ਨੂੰ ਸਾਹਿਤ ਅਕਾਦਮੀ ਕਿਹੜੇ ਨਾਟਕ ਦੇ ਲਈ ਮਿਲਿਆ ਸੀਗਾ। ਸੰਤ ਸਿੰਘ ਸੇਖੋ ਜੀ ਨੂੰ 1972 ਦੇ ਵਿੱਚ ਸਾਹਿਤ ਅਕਾਦਮੀ ਅਵਾਰਡ ਪ੍ਰਾਪਤ ਹੁੰਦਾ ਗਾ। ਉਹ ਕਿਹੜੇ ਨਾਟਕ ਦੇ ਲਈ ਮਿਲਿਆ ਸੀਗਾ, ਉਹ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਣਾ ਜੀ। ਅੱਗੇ ਜੀ 19ਵਾਂ ਕੁਐਸਚਨ ਸਾਡੇ ਕੋਲੇ, ਬਾਬਾ ਬਲਵੰਤ ਕਿਹੜੀ ਪ੍ਰਵਿਰਤੀ ਦਾ ਕਵੀ ਹੈ। ਸਾਡੇ ਕੋਲ ਆਪਸ਼ਨ ਹੈ ਜੀ ਰੋਮਾਂਸਵਾਦ, ਪ੍ਰਗਤੀਵਾਦ, ਪ੍ਰਯੋਗਵਾਦ, ਜੁਝਾਰਵਾਦ। ਇਹਦਾ ਸਹੀ ਉੱਤਰ ਹੈ ਜੀ ਬੀ ਆਪਸ਼ਨ, ਪ੍ਰਗਤੀਵਾਦ। ਬਾਬਾ ਬਲਵੰਤ ਜੀ ਪ੍ਰਗਤੀਵਾਦੀ ਕਵੀ ਨੇ। ਅੱਗੇ ਜੀ 20ਵਾਂ ਕੁਐਸਚਨ ਸਾਡੇ ਕੋਲੇ, ਟੱਕਰ ਕਿਸ ਸਾਹਿਤ ਰੂਪ ਦਾ ਅਨਿਵਾਰੀ ਤੱਤ ਹੈ। ਸਾਡੇ ਕੋਲ ਆਪਸ਼ਨ ਹੈ ਜੀ ਨਾਟਕ, ਕਿੱਸਾ, ਡਾਇਰੀ, ਰੇਖਾ ਚਿੱਤਰ। ਇਸ ਦੇ ਬਾਰੇ ਅਸੀਂ ਪਹਿਲਾਂ ਲੈਕਚਰ ਵੀਡੀਓ ਦੇ ਵਿੱਚ ਵੀ ਗੱਲ ਕਰਕੇ ਆਏ ਸੀ ਕਿ ਟੱਕਰ ਆ ਜਿਹੜਾ ਕਿੱਸਾ ਕਾਵਿ ਦਾ ਅਨਿਵਾਰੀ ਤੱਤ ਹੈ, ਸਾਹਿਤ ਰੂਪ ਦਾ ਅਨਿਵਾਰੀ ਤੱਤ ਹੈ। ਕਿੱਸੇ ਦੇ ਬਾਰੇ, ਰੂਪਾਕਾਰ ਦੇ ਬਾਰੇ ਅਸੀਂ ਡਿਟੇਲ 'ਚ ਗੱਲ ਕੀਤੀ ਸੀ। ਜੇ ਤੁਸੀਂ ਅਜੇ ਨਹੀਂ ਦੇਖੀ ਤਾਂ ਉਹਦਾ ਲਿੰਕ ਹੇਠਾਂ ਦਿੱਤਾ ਹੋਇਆ, ਉੱਥੋਂ ਤੁਸੀਂ ਕਲਿੱਕ ਕਰਕੇ ਦੇਖ ਸਕਦੇ ਹੋ। ਅੱਜ ਦਾ ਟੈਸਟ ਦੇ ਵਿੱਚੋਂ ਤੁਹਾਡੇ ਕਿੰਨੇ ਮਾਰਕਸ ਬਣੇ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ। ਜੇ ਜਾਣਕਾਰੀ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਜੀ। ਸ਼ੁਕਰੀਆ ਜੀ।